बांसुरी महला पहला। आरती। एक ओंकार सतगुर प्रसाद। गगन में थाल रव चंद दीपक बने। तारिका मंडल जनक मोती। धूप मल आन लो पवन चबरू करे। सगल बन राय फूलंत ज्योति। कैसी आरती होए पाव खंडना तेरी आरती। अनहता शब्द वाजंत भेरी। रहाओ सहस तब नैन नन नैन तोहि को। सहस मूर्त नना एक तोहि। सहस पद विमल नन एक पद गंध बिन। सहस तब गंध एव चलत मोहि। सब में जोत जोत है सोए। तिस दै चानन सब में चानन होए। गुर साखी जोत प्रगट होए। जो तिस भावै सो आरती होए। हर चरण कमल मकरंद लोभित मनो। अन दिनो मोहे आही प्यासा। कृपा जल दे नानक सारिंग को। होए जाते तेरे नाम वासा। वाहिगुरु जी का खालसा वाहिगुरु जी की फतेह। गुरु सवारी साध संगत। जगत गुरु श्री गुरु नानक देव जी महाराज संसार का पार निस्तारा करते हुए जदों जगन्नाथपुरी जो कि हिंदू मत का बहुत बड़ा केंद्री धार्मिक स्थान है, समुद्र के नेड़े है और बहुत बड़ी जगन्नाथ जी की मूर्ति है, जिथे यात्रु बड़ी श्रद्धा के नाल जाते हैं। श्री गुरु नानक देव जी महाराज का हर धर्म के केंद्रीय स्थान ते जाना अते भुले भटके लोकां नूं उस निरंकार की पूजा नाल जोड़ना मकसद। जे ध्यानपूर्वक देखिए पातशाह हरिद्वार गए, उत्थे लोकां नूं लहिंदे ते चढ़दे दा फर्क दसिया ते आख्या परमात्मा ते सारे पासे। जे कुरुक्षेत्र गए, उत्थे भी लोकां नूं सूरज ग्रहण के मौके ते अग बाल के कट्ठियां कीता, उन्हां दे भरम दूर कीते। ते नानू वर्गे पंडित जो अपने आप नूं कलयुग दे अवतार नानक नाल तुलना दिंदे, ਉਹਦੇ नाल विचार वटांदरा करके उस नूं हार दिता ते उसने चरना ते ढह के खिमा मंगी ते आख्या असल नानक ये हन, मेरा ते नानू ही है। मक्के भी गए, इसे तरह पातशाह जगन्नाथपुरी भी गए। कहते ने जगन्नाथपुरी जदों पातशाह पहुंचे, दास ने दर्शन तो नहीं कीते उस स्थान ते, पर इतिहास विच ये शब्द जिहड़ा ਇਹਦਾ ਉਚਾਰਨ ਦਾ ਅਸਥਾਨ ਜਗन्नाथपुरी ਮੰਨਿਆ ਜਾਂਦਾ। ਕਹਿੰਦੇ ਨੇ ਉਸ ਵੇਲੇ ਪਾਂਡੇ ਲੋਕ, ਸ਼ਰਧਾਲੂ ਲੋਕ ਮੂਰਤੀ ਦੇ ਸਾਹਮਣੇ ਆਰਤੀ ਕਰ ਰਹੇ। ਆਰਤੀ ਦੇ ਅਖਰੀ ਅਰਥ ਨੇ ਦੇਵਤੇ ਦੀ ਮੂਰਤੀ ਜਾਂ ਕਿਸੇ ਪੂਜਿਆ ਅੱਗੇ ਦੀਵੇ ਕਮਾ ਕੇ ਪੂਜਨ ਕਰਨਾ। ਹਿੰਦੂ ਮਤ ਅਨੁਸਾਰ 4 ਵਾਰੀ ਚਰਨਾਂ ਅੱਗੇ, 2 ਵਾਰੀ ਨਾਭੀ ਤੋਂ ਨੀ ਅੱਗੇ, 1 ਵਾਰੀ ਮੂੰਹ ਤੇ
ਅਤੇ 7 ਵਾਰੀ ਸਾਰੇ ਸਰੀਰ ਉੱਤੇ ਦੀਵੇ ਘੁਮਾਣੇ ਚਾਹੀਦੇ ਹਨ। ਦੀਵੇ 1 ਤੋਂ ਲੈ ਕੇ 100 ਤੱਕ ਹੁੰਦੇ ਨੇ। ਗੁਰੂ ਨਾਨਕ ਦੇਵ ਜੀ ਨੇ ਇਸ ਆਰਤੀ ਦਾ ਨਿਖੇਧ ਕਰਕੇ ਕਰਤਾਰ ਦੀ ਕੁਦਰਤੀ ਆਰਤੀ ਦੀ ਵਡਿਆਈ ਕੀਤੀ। ਤੋ ਹੁਣ ਆਰਤੀ ਦੇ ਸਮੇਂ ਵਿੱਚ ਜਿਤਨੇ ਸ਼ਰਧਾਲੂ ਹੁੰਦੇ ਨੇ ਉਹ ਸ਼ਾਮਲ ਹੋਣਾ ਆਪਣੇ ਲਈ ਬੜਾ ਉੱਤਮ ਗਿਣਦੇ। ਪਰ ਪਾਤਸ਼ਾਹ ਨੇ ਕੀ ਕੀਤਾ, ਉਹ ਤਾਂ ਕੰਧ ਦਾ ਢਾਸਣਾ ਲਾ ਕੇ ਬੈਠੇ ਰਹੇ। ਪਾਂਡੇ ਦੇਖਦੇ ਰਹੇ। ਔਖੇ ਸੌਖੇ ਹੋ ਕੇ ਉਹਨਾਂ ਨੇ ਆਰਤੀ ਪੂਰੀ ਕੀਤੀ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤੇ ਇਤਰਾਜ਼ ਕੀਤਾ ਕਿ ਤੁਸੀਂ ਕੈਸੇ ਯਾਤਰੂ ਹੋ ਕਿ ਜਗਨਨਾਥ ਜੀ ਦੀ ਆਰਤੀ ਵਿੱਚ ਸ਼ਾਮਲ ਨਹੀਂ ਹੋਏ। ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਉਸ ਸਮੇਂ ਇਹ ਸ਼ਬਦ ਉਚਾਰਨ ਕਰਕੇ ਉਹਨਾਂ ਨੂੰ ਸਮਝਾਇਆ ਕਿ ਮੇਰਾ ਨਿਰੰਕਾਰ, ਮੇਰਾ ਜਗਨਨਾਥ ਬਹੁਤ ਵੱਡਾ ਹੈ, ਉਹਦੀ ਆਰਤੀ ਵੀ ਬਹੁਤ ਵੱਡੀ ਹੈ ਔਰ ਉਹ ਆਰਤੀ ਨਿਰੰਤਰ ਹੋ ਰਹੀ ਹੈ। ਪਾਂਡੇ ਬੜੇ ਹੈਰਾਨ ਹੋਏ, ਤੁਹਾਡਾ ਜਗਨਨਾਥ ਕਿਹੜਾ ਹੈ, ਉਹਦੀ ਆਰਤੀ ਕਿਹੜੀ ਹੈ? ਤਾਂ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਉੱਥੇ ਇਹ ਪਾਵਨ ਸ਼ਬਦ ਉਚਾਰਨ ਕੀਤਾ। ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 2 ਵਾਰੀ ਆਉਂਦਾ। ਇੱਕ ਤਾਂ ਆਰਤੀ ਦੇ ਇਹ ਸ਼ਬਦ ਤਨਾਸਰੀ ਰਾਗ ਵਿੱਚ ਆਉਂਦਾ ਤੇ ਇੱਕ ਸੋਹਲੇ ਦੀ ਬਾਣੀ ਵਿੱਚ ਆਉਂਦਾ। ਉਚਾਰਨ ਇਹ ਵੀ ਗੁਰੂ ਨਾਨਕ ਪਾਤਸ਼ਾਹ ਦਾ ਕੀਤਾ, ਉਹ ਵੀ ਗੁਰੂ ਨਾਨਕ ਪਾਤਸ਼ਾਹ। ਪਰ ਇਹਨਾਂ ਦੋਹਾਂ ਵਿੱਚ ਕਿਧਰੇ ਕਿਧਰੇ ਅੰਤਰ ਹਨ। ਸਾਰੇ ਅੰਤਰ ਦੱਸਣੇ ਤਾਂ ਇਸ ਸਮੇਂ ਕਠਿਨ ਹਨ, ਪਰ ਜੇ ਤੁਸੀਂ ਦੋਹਾਂ ਨੂੰ ਇੱਕ ਦੂਜੇ ਦੇ ਸਾਹਮਣੇ ਰੱਖ ਕੇ ਪੜ੍ਹੋ ਤੇ ਤੁਹਾਨੂੰ ਪਤਾ ਲੱਗ ਜਾਏਗਾ। ਆਓ ਅਸੀਂ ਅਸਲ ਕਾਰਜ ਵੱਲ ਆਈਏ। ਤਨਾਸਰੀ ਮਹਿਲਾ ਪਹਿਲਾ। ਤਨਾਸਰੀ ਰਾਗ ਦਾ ਨਾਮ ਹੈ। ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਇਹ ਆਰਤੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹ ਮੰਗਲਾਚਰਨ ਹੈ। ਪਰਮਾਤਮਾ ਇੱਕ ਹੈ, ਸਰਵ ਸ਼ਕਤੀਵਾਨ ਹੈ, ਸਰਵ ਵਿਆਪਕ ਹੈ, ਸੱਚੇ ਗੁਰੂ ਦੀ ਕਿਰਪਾ ਦੁਆਰਾ ਜਾਣਿਆ ਜਾਂਦਾ। ਜਦੋਂ ਪੰਡਿਆਂ ਨੇ ਇਤਰਾਜ਼ ਕੀਤਾ ਕਿ ਤੁਸੀਂ ਆਰਤੀ ਵਿੱਚ ਸ਼ਾਮਲ ਨਹੀਂ ਹੋਏ ਤੇ ਪਾਤਸ਼ਾਹ ਨੇ ਉਹਨਾਂ ਨੂੰ ਉੱਤਰ ਦਿੱਤਾ, ਮੇਰਾ ਠਾਕੁਰ ਬਹੁਤ ਵੱਡਾ ਹੈ, ਤੁਹਾਡੀ ਆਰਤੀ ਬਹੁਤ ਛੋਟੀ ਹੈ। ਵੱਡੇ ਠਾਕੁਰ ਦੀ ਛੋਟੀ ਆਰਤੀ ਕਿਰਨੀ ਤੋਂ ਹੀ ਨੇ ਔਰ ਮੇਰੇ ਠਾਕੁਰ ਦੀ ਆਰਤੀ ਨਿਰੰਤਰ ਇੱਕ ਰਸ ਹੋ ਰਹੀ ਹੈ। ਪਾਂਡੇ ਬੜੇ ਹੈਰਾਨ ਹੋਏ, ਕਹਿਣ ਲੱਗੇ ਤੁਹਾਡਾ ਠਾਕੁਰ ਕਿਹੜਾ ਹੈ ਤੇ ਉਹਦੀ ਆਰਤੀ ਕਿਹੜੀ? ਪਾਤਸ਼ਾਹ ਨੇ ਇਹ ਸ਼ਬਦ ਉਚਾਰਨ ਕੀਤਾ ਜਿਸ ਦੀ ਰਹਾਉ ਦੀ ਪੰਕਤੀ ਇਹ ਹੈ, ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ। ਹੇ ਭਵ ਖੰਡਨ, ਇਹ ਸੰਸਾਰ ਦੇ ਜੀਵਾਂ ਦੇ ਜਨਮ ਮਰਨ ਦੇ ਚੱਕਰ ਨੂੰ ਖੰਡਨ ਕਰਨ ਵਾਲੇ ਹੇ ਭਵ ਖੰਡਨ ਪਰਮਾਤਮਾ, ਤੁਹਾਡੀ ਆਰਤੀ ਕਿਹੋ ਜਿਹੀ ਹੋਣੀ ਚਾਹੀਦੀ? ਹੁਣ ਪਾਤਸ਼ਾਹ ਫਿਰ ਦੱਸਦੇ ਨੇ, ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਜੰਤ ਭੇਰੀ। ਅਨਹਤਾ ਉਹ ਸ਼ਬਦ ਜੋ ਬਿਨਾਂ ਵਜਾਏ ਤੋਂ ਵੱਜੇ, ਇੱਕ ਰਸ ਵੱਜੇ। ਸ਼ਬਦ ਉਹ ਧੁਨ, ਜੀਵਨ ਦੀ ਰੌਂ ਜਿਹੜੀ ਹਰ ਜੀਵ ਦੇ ਅੰਦਰ ਚੱਲ ਰਹੀ। ਇਹ ਭੇਰੀ ਡੱਫ ਨਗਾਰਾ ਇੱਕ ਤਰ੍ਹਾਂ ਦਾ ਸਾਜ਼ ਹੈ ਜੋ ਆਰਤੀ ਵੇਲੇ ਵਜਾਇਆ ਜਾਂਦਾ ਹੈ। ਇਹ ਹੈ ਸ਼ਬਦ ਦੀ ਰਹਾਉ ਦੀ ਪੰਗਤ। ਪਾਂਡਿਆਂ ਨੇ ਕਿਹਾ ਸਾਨੂੰ ਦੱਸੋ, ਜਿਹੜੀ ਆਰਤੀ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਉਸ ਆਰਤੀ ਵਿੱਚ ਥਾਲ ਕਿਹੜੇ ਨੇ?
ਦੀਵੇ ਕਿਹੜੇ ਨੇ, ਧੂਪ ਕਿਹੜਾ ਹੈ। ਪਾਤਸ਼ਾਹ ਨੇ ਫਰਮਾਇਆ ਗਗਨ ਮੈਂ ਥਾਲ। ਇਹਨੂੰ ਮੈਂ ਬਿੰਦੀ ਲਾ ਕੇ ਨਹੀਂ ਬੋਲਣਾ, ਇਹ ਹੈ ਗਗਨ ਮੈਂ ਥਾਲ। ਮੈਂ ਦਾ ਜਿਸ ਤਰ੍ਹਾਂ ਮੰਮਾ ਯਈਆ ਮੈਂ ਹੁੰਦਾ ਨਾ, ਇਹਦਾ ਅਰਥ ਹੈ ਆਕਾਸ਼ ਰੂਪੀ ਥਾਲ। ਔਰ ਇਸ ਆਕਾਸ਼ ਰੂਪੀ ਥਾਲ ਦੇ ਅੰਦਰ ਰੱਬ ਚੰਦ ਦੀਪਕ ਬਣੇ। ਰੱਬ ਕਹਿੰਦੇ ਨੇ ਸੂਰਜ ਨੂੰ, ਚੰਦ ਕਹਿੰਦੇ ਨੇ ਚੰਦਰਮਾ ਨੂੰ। ਇਹ ਦੋ ਦੀਵੇ ਹਨ, ਇਹਨਾਂ ਵਿੱਚ ਕੋਈ ਤੇਲ, ਕੋਈ ਘਿਓ, ਕੋਈ ਬੱਤੀ ਪਾਉਣ ਦੀ ਲੋੜ ਨਹੀਂ। ਇਹ ਨਿਰੰਤਰ ਜਗ ਰਹੇ। ਦੇਖੋ, ਸਮਝਣ ਦੀ ਲੋੜ ਹੈ। ਮੈਂ ਕਈ ਵਾਰੀ ਸੋਚਦਾ ਕਿ ਅੱਜ ਸਮੇਂ ਦੀ ਸੰਕੀਰਨ ਸਰਕਾਰ ਤੇ ਸੰਕੀਰਨ ਲੋਕ ਜਗਤ ਗੁਰੂ ਨਾਨਕ ਪਾਤਸ਼ਾਹ ਦੀ ਉਹ ਸੱਚ ਦੀ ਆਵਾਜ਼ ਨੂੰ ਊਂ ਤੇ ਨਹੀਂ ਮਿਟਾ ਸਕਦੇ, ਪਰ ਉਹਨਾਂ ਅਸਥਾਨਾਂ ਤੇ ਬਣੀਆਂ ਯਾਦਗਾਰਾਂ ਨੂੰ ਨੇਸ਼ ਤੋਂ ਨਾਬੂਦ ਕਰ ਰਹੇ ਨੇ। ਇਹ ਇਹਨਾਂ ਦੀ ਸੰਕੀਰਨ ਸੋਚ ਹੈ। ਜਦੋਂ ਕਿ ਜਗਤ ਗੁਰੂ ਨਾਨਕ ਪਾਤਸ਼ਾਹ ਨੇ ਤਾਂ ਉਸ ਅਕਾਲ ਪੁਰਖ ਦੀ ਹੋਂਦ ਅਤੇ ਹਸਤੀ ਨੂੰ ਸੁਣਾਇਆ, ਸਮਝਾਇਆ, ਜਣਾਇਆ। ਪਰ ਸੁਣ ਕੇ ਮਨ ਨੂੰ ਖੇਦ ਵੀ ਹੁੰਦਾ ਹੈ, ਕਿਉਂਕਿ ਹਰਿਦੁਆਰ ਜੋ ਗਿਆਨ ਗੋਦੜੀ ਅਸਥਾਨ ਹੈ, ਜਿੱਥੇ ਦਾਸ ਨੇ ਕਈ ਵਾਰੀ ਕਥਾ ਵੀ ਕੀਤੀ, ਪਰ ਅੱਜ ਉਹ ਸਥਾਨ ਨੇਸ ਤੋਂ ਨਾਬੂਦ ਕਰ ਦਿੱਤਾ ਗਿਆ। ਉਹਦੇ ਲਈ ਸਿੱਖ ਸੰਗਤਾਂ ਬੜਾ ਸੰਘਰਸ਼ ਕਰ ਰਹੀਆਂ ਨੇ, ਪਰ ਸਮੇਂ ਦੀਆਂ ਸਰਕਾਰਾਂ ਦੀ ਨੀਤੀ ਜੋ ਗੁਰੂ ਕੇ ਸਿਧਾਂਤ ਦੀ ਵਿਰੋਧਤਾ ਕਰਨੀ, ਉਹ ਇਸ ਪਾਸੇ ਧਿਆਨ ਨਹੀਂ ਦੇਣੀ। ਕਹਿੰਦੇ ਹੋਰ ਜਗ੍ਹਾ ਜਗ੍ਹਾ ਲੈ ਲਓ। ਇਹ ਬੜਾ ਮੂਰਖਾਂ ਵਾਲਾ ਕੰਮ। ਜਿਸ ਜਗ੍ਹਾ 'ਤੇ ਜੋ ਘਟਨਾ, ਜੋ ਇਤਿਹਾਸ ਹੈ, ਉਹਨੂੰ ਬਦਲ ਦਿਓ। ਇਹਦੇ ਪਿੱਛੇ ਬੜੀ ਡੂੰਘੀ ਸਾਜ਼ਿਸ਼। ਇਸੇ ਤਰ੍ਹਾਂ ਜਗਨਨਾਥਪੁਰੀ ਦੇ ਉਸ ਸਥਾਨ 'ਤੇ ਵੀ ਮੰਗੂ ਮੱਠ ਨਾਮੀ ਜੋ ਜਗ੍ਹਾ ਹੈ, ਜਿੱਥੇ ਪਾਤਸ਼ਾਹ ਨੇ ਲੋਕਾਂ ਦੇ ਭਲੇ ਲਈ ਬੌਲੀ ਸਾਹਿਬ ਲਾਈ, ਉਹਨੂੰ ਵੀ ਤਰ੍ਹਾਂ ਤਰ੍ਹਾਂ ਦੇ ਨੁਕਸਾਨ ਪਹੁੰਚਾਏ ਜਾ ਰਹੇ। ਚਲੋ, ਪੀੜਤ ਹੁੰਦਾ ਹਿਰਦਾ ਤੇ ਵੇਦਨਾ ਨਿਕਲਦੀ। ਗੁਰੂ ਨਾਨਕ ਪਾਤਸ਼ਾਹ ਜੀ ਨੇ ਸਮਝਾਇਆ ਕਿ ਮੇਰੇ ਨਿਰੰਕਾਰ ਦੀ, ਅਕਾਲ ਪੁਰਖ ਦੀ ਆਰਤੀ ਐਸੀ। ਗਗਨ ਮੈਂ ਥਾਲ, ਰਵ ਚੰਦ ਦੀਪਕ ਬਣੇ। ਆਕਾਸ਼ ਰੂਪੀ ਥਾਲ ਹੈ ਔਰ ਉਹਦੇ ਵਿੱਚ ਸੂਰਜ ਤੇ ਚੰਦਰਮਾ ਰੂਪੀ ਦੀਪ ਹੈ। ਤਾਰਿਕਾ ਮੰਡਲ ਜਨਕ ਮੋਤੀ। ਇਹ ਜਿਹੜੇ ਤਾਰੇ ਹਨ, ਇਹਨਾਂ ਦਾ ਮੰਡਲ, ਇਹ ਮਾਨੋ ਉਹ ਕੀਮਤੀ ਮੋਤੀ ਹਨ। ਜਨਕ ਦਾ ਮਤਲਬ ਹੈ ਮੋਤੀ ਜਾਣਨਾ ਕਰੋ। ਇਹ ਜਿਹੜੇ ਤਾਰੇ ਟਿਮਟਮਾਉਂਦੇ ਹਨ, ਇਹ ਮਾਨੋ ਮੋਤੀ ਹਨ। ਧੂਪ ਮਲ ਆਨ ਲੋ, ਪਵਨ ਚਬਰੋ ਕਰੇ। ਆਖਿਆ ਜੋ ਮਲਿਆਗਰ ਪਰਬਤ ਹੈ, ਉਹਦੇ ਉੱਤੇ ਕੁਦਰਤੀ ਕਹਿੰਦੇ ਨੇ ਚੰਦਨ ਬਹੁਤ ਹੁੰਦਾ, ਤੇ ਉਸ ਚੰਦਨ ਦੀ ਜਿਹੜੀ ਖੁਸ਼ਬੂ ਹੈ, ਉਹ ਮੇਰੇ ਅਕਾਲ ਪੁਰਖ ਦੀ ਆਰਤੀ ਵਿੱਚ ਧੂਪ ਹੈ। ਕਹਿੰਦੇ ਨੇ ਜੰਗਲ ਵਿੱਚ ਜਦੋਂ ਬਾਂਸ ਦੇ ਬ੍ਰਿਛ ਆਪਸ ਵਿੱਚ ਰਗੜੇ ਜਾਂਦੇ ਨੇ, ਅੱਗ ਲੱਗ ਜਾਂਦੀ, ਜਿਸ ਨੂੰ ਡਾਉਂ ਅਗਨੀ ਕਹਿੰਦੇ ਨੇ। ਉਹਦੇ ਵਿੱਚੋਂ ਚੰਦਨ ਦੇ ਬੂਟੇ ਸੜਦੇ ਹਨ ਤੇ ਉਹਨਾਂ ਦੀ ਸੁਗੰਧੀ ਜੋ ਆ ਰਹੀ ਹੈ, ਧੂਪ ਮਲ ਆਨ ਲੋ, ਪਵਨ ਚਬਰੋ ਕਰੇ। ਇਹ ਜਿਹੜੀ ਹਵਾ ਚੱਲਦੀ ਹੈ, ਇਹ ਮੇਰੇ ਅਕਾਲ ਪੁਰਖ ਦੀ ਆਰਤੀ ਵਿੱਚ ਚਬਰ ਕਰ ਰਹੀ। ਤੁਸੀਂ ਤਾਂ ਛੋਟੇ ਛੋਟੇ ਚਬਰ ਲੈ ਕੇ ਚਲਾਉਂਦੇ ਹੋ, ਪਰ ਮੇਰੇ ਅਕਾਲ ਪੁਰਖ ਦੀ ਆਰਤੀ ਵਿੱਚ ਇਹ ਚਬਰ ਨਿਰੰਤਰ ਚੱਲ ਰਹੇ। ਸਗਲ ਬਨ ਰਾਏ ਫੂਲੰਤ ਜੋਤੀ। ਸਗਲ ਦਾ ਮਤਲਬ ਹੈ ਸਾਰੀ, ਬਨ ਰਾਏ ਕਹੀਏ ਬਨਸਪਤੀ, ਤੇ ਬਨਸਪਤੀ ਵੀ ਜਿੰਨੇ ਫੁੱਲ ਖਿੜਦੇ ਹਨ, ਇਹ ਸਭ ਮੇਰੇ ਨਿਰੰਕਾਰ ਦੀ ਆਰਤੀ ਵਿੱਚ ਸ਼ਾਮਲ ਹੋ ਰਹੇ। ਕੈਸੀ ਆਰਤੀ ਹੋਏ, ਭਵ ਖੰਡ ਨਾ ਤੇਰੀ ਆਰਤੀ।
ਫਿਰ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਸੰਬੋਧਨ ਕਰਕੇ ਕਹਿੰਦੇ, ਹੇ ਭਵ ਖੰਡਨ, ਹੇ ਜੀਵਾਂ ਦੇ ਜਨਮ ਮਰਨ ਦੇ ਦੁੱਖ ਨੂੰ ਕੱਟਣ ਵਾਲੇ ਵਾਹਿਗੁਰੂ, ਤੇਰੀ ਕਿਹੋ ਜਿਹੀ ਆਰਤੀ। ਅਨਾਹਤਾ ਸ਼ਬਦ ਵਾਜੰਤ ਭੇਰੀ, ਇਹ ਜਿਹੜੀ ਮਨੁੱਖਾਂ ਦੇ ਅੰਦਰ ਜੀਵਨ ਰਹੁ ਚੱਲ ਰਹੀ, ਜਿਹੜੀ ਬਿਨਾਂ ਵਜਾਏ ਤੋਂ ਵੱਜ ਰਹੀ ਹੈ, ਇਹ ਭੇਰੀ ਹੈ, ਇਹ ਡੱਪ ਹੈ। ਰਹਾਉ ਸਾਹਸ ਤਵ ਨੈਣ। ਹੁਣ ਪਰਮਾਤਮਾ ਦੇ ਦੋ ਸਰੂਪ ਹਨ, ਇੱਕ ਹੈ ਸਰਗੁਣ, ਇੱਕ ਹੈ ਨਿਰਗੁਣ। ਸਰਗੁਣ ਦਾ ਮਤਲਬ ਹੈ ਮਾਇਆ ਦੇ 3 ਗੁਣਾਂ ਸਹਿਤ, ਔਰ ਨਿਰਗੁਣ ਦਾ ਮਤਲਬ ਹੈ ਮਾਇਆ ਦੇ 3 ਗੁਣਾਂ ਰਹਿਤ। ਜੇ ਤੇ ਪਰਮਾਤਮਾ ਸਾਰੇ ਜੀਵਾਂ ਵਿੱਚ ਹੈ, ਵਰਤਦਾ। ਸਾਹਸ ਤਵ ਨੈਣ, ਇਹ ਸਾਰੇ ਨੇਤਰ ਤੇਰੇ ਹੀ ਨੇਤਰ ਹਨ। ਪਰ ਜਦੋਂ ਤੂੰ ਨਿਰਗੁਣ ਸਰੂਪ ਹੈ, ਨਨ ਨੈਣ ਹੈ ਤੋਏ ਕੋ, ਤੇਰਾ ਇੱਕ ਵੀ ਨੇਤਰ ਨਹੀਂ। ਸਾਹਸ ਮੂਰਤ ਨਨਾ ਏਕ ਤੋਈ, ਤੇਰੇ ਹਜ਼ਾਰਾਂ ਹੀ ਮੂਰਤੀਆਂ ਹਨ। ਭਾਵੇਂ ਜਿਤਨੇ ਸਰੂਪ ਹਨ, ਜਿਤਨੇ ਸਰੀਰ ਹਨ, ਇਹ ਸਭ ਤੇਰੇ ਹੀ ਸਰੀਰ ਹਨ। ਨਨਾ ਏਕ ਤੋਈ, ਪਰ ਜਦੋਂ ਤੂੰ ਨਿਰਗੁਣ ਸਰੂਪ ਹੈ, ਫਿਰ ਤੇਰੀ ਇੱਕ ਵੀ ਮੂਰਤ ਨਹੀਂ। ਸਾਹਸ ਪਦ ਬਿਮਲ, ਤੇਰੇ ਹਜ਼ਾਰਾਂ ਹੀ ਨਿਰਮਲ, ਬਿਮਲ ਦਾ ਮਤਲਬ ਮੈਲ ਤੋਂ ਰਹਿਤ ਪਦ ਹਨ। ਨਨ ਏਕ ਪਦ, ਤੇਰਾ ਇੱਕ ਵੀ ਚਰਨ ਨਹੀਂ ਜਦੋਂ ਤੂੰ ਨਿਰਗੁਣ ਸਰੂਪ ਹੈ। ਗੰਧ ਬਿਨ, ਤੂੰ ਨਾਸਕਾ ਤੋਂ ਬਿਨਾਂ ਹੈ ਜਦੋਂ ਨਿਰਗੁਣ ਹੈ। ਸਾਹਸ ਤਵ ਗੰਧ, ਜਦੋਂ ਤੂੰ ਸਰਗੁਣ ਸਰੂਪ ਹੈ, ਤੇਰੀਆਂ ਹਜ਼ਾਰਾਂ ਹੀ ਨਾਸਕਾਂ ਨੇ। ਇਵ ਚਲਤ ਮੋਹੀ, ਤੇਰੇ ਇਸ ਕੌਤਕ ਨੇ ਮੈਨੂੰ ਮੋਹ ਲਿਆ ਹੈ, ਮੈਂ ਮੋਹਿਤ ਹੋ ਗਿਆ। ਕਮਾਲ ਹੈ ਤੇਰੀ ਇਹ ਖੇਡ ਤੇ ਰਚਨਾ। ਫਿਰ ਪਾਤਸ਼ਾਹ ਨੇ ਸਭ ਮੈਂ ਜੋਤ, ਜੋਤ ਹੈ ਸੋਏ। ਆਖਿਆ ਪਾਂਡਿਓ, ਤੁਸੀਂ ਤਾਂ ਆ ਜੋਤ ਜਗਾ ਰਹੇ ਹੋ, ਉਹਦੀ ਜੋਤ ਹਰ ਜੀਵ ਦੇ ਅੰਦਰ ਜਗ ਰਹੀ। ਤੁਸੀਂ ਤਾਂ ਦੀਵਾ ਬਾਲਦੇ ਹੋ, ਪਰ ਇਹ ਜੋਤ ਜਿਹੜੀ ਹੈ, ਇਹ ਸਭ ਜੀਵਾਂ ਦੇ ਅੰਦਰ ਹੈ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਕੈ ਚਾਨਣ, ਸਭ ਮੈਂ ਚਾਨਣ ਹੋਏ। ਉਹਦੇ ਪ੍ਰਕਾਸ਼ ਕਰਕੇ ਸਾਰੇ ਜੀਵਾਂ ਦੇ ਅੰਦਰ ਪ੍ਰਕਾਸ਼ ਹੋ ਰਿਹਾ। ਪਰ ਉਹ ਜੋਤ ਜਗਦੀ ਕਿਵੇਂ ਹੈ? ਗੁਰ ਸਾਖੀ ਜੋਤ ਪ੍ਰਗਟ ਹੋਏ। ਗੁਰ ਸਾਖੀ ਦਾ ਮਤਲਬ ਗੁਰੂ ਦੀ ਸਿੱਖਿਆ ਦੁਆਰਾ ਇਹ ਜੋਤ ਪ੍ਰਗਟ ਹੋ ਜਾਂਦੀ, ਭਾਵ ਜੀਵਾਂ ਨੂੰ ਇਸ ਦੀ ਸੋਝੀ ਆ ਜਾਂਦੀ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਕੈ ਚਾਨਣ, ਸਭ ਮੈਂ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਆਖਿਆ ਉਹ ਆਰਤੀ ਪਰਮਾਤਮਾ ਦੀ ਦਰਗਾਹ ਵਿੱਚ ਪ੍ਰਵਾਨ ਹੈ, ਜਿਹੜੀ ਉਸ ਨੂੰ ਭਾ ਜਾਏ, ਚੰਗੀ ਲੱਗ ਜਾਏ। ਫਿਰ ਪਾਤਸ਼ਾਹ ਕਹਿੰਦੇ, ਹਰ ਚਰਨ ਕਮਲ ਮਕਰੰਦ ਲੋਭਿਤ ਮਨੋ। ਹਰੀ ਦੇ ਚਰਨ ਕਮਲ, ਜੋ ਕਮਲ ਵਰਗੇ ਚਰਨ ਹਨ, ਉਹਨਾਂ ਦੀ ਜਿਹੜੀ ਧੂੜ ਹੈ ਮਕਰੰਦ, ਉਹਦੇ ਉੱਤੇ ਮੇਰਾ ਮਨ ਰੂਪੀ ਭੌਰਾ ਲੁਭਾਇਮਾਨ ਹੋਵੇ। ਹਰ ਚਰਨ ਕਮਲ ਮਕਰੰਦ ਲੋਭਿਤ ਮਨੋ, ਅਨ ਦਿਨੋ ਮੋਹੇ ਆਹੀ ਪਿਆਸਾ। ਮੈਨੂੰ ਦਿਨੇ ਰਾਤੀ ਪਿਆਸਾ, ਉਸ ਦੀ ਇੱਛਾ ਲੱਗੀ ਰਹਿੰਦੀ। ਕਿਰਪਾ ਜਲ ਦੇ ਨਾਨਕ ਸਾਰਿੰਗ ਕੋ, ਤੇ ਮੇਰੀ ਅਰਦਾਸ ਹੈ। ਸਾਰੰਗ ਕਹਿੰਦੇ ਨੇ ਪਪੀਏ ਨੂੰ। ਨਾਨਕ ਜੋ ਪਪੀਏ ਵਾਂਗੂ ਤੇਰੀ ਕਿਰਪਾ ਦੀ ਨਾਮ ਰੂਪੀ ਅੰਮ੍ਰਿਤ ਬੂੰਦ ਨੂੰ ਲੋਚਦਾ। ਮੇਰੀ ਅਰਦਾਸ ਹੈ, ਕਿਰਪਾ ਜਲ ਦੇ, ਦੇ ਹਾਏ ਨੂੰ ਸਿਆਰੀ ਦੇਣਾ ਕਰ। ਆਪਣੀ ਕਿਰਪਾ ਰੂਪੀ ਜਲ ਦੇਣਾ ਕਰ। ਕਿਸ ਨੂੰ? ਨਾਨਕ ਸਾਰਿੰਗ ਕੋ। ਇਹ ਨਾਨਕ ਜੋ ਪਪੀਏ ਵਤ ਪੀਓ ਪੀਓ ਕਰ ਰਿਹਾ,
ਹੋਏ ਜਾਤੇ ਤੇਰੇ ਨਾਮ ਬਾਸਾ। ਜਿਸ ਨਾਮ ਰੂਪੀ ਅੰਮ੍ਰਿਤ ਬੂੰਦ ਨੂੰ ਪੀ ਕੇ ਮੇਰਾ ਤੇਰੇ ਨਾਮ ਵਿੱਚ ਵਾਸਾ ਹੋ ਜਾਏ। ਤੋ ਸਾਧ ਸੰਗਤ, ਇਹ ਆਰਤੀ ਦਾ ਸ਼ਬਦ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਗਨਨਾਥਪੁਰੀ ਵਿੱਚ ਉਚਾਰਨ ਕੀਤਾ। ਹੁਣ ਥੋੜ੍ਹਾ ਜਿਹਾ ਜੋ ਵਰਤਮਾਨ ਵਿੱਚ ਸਾਡੇ ਕੋਲੋਂ ਭੁੱਲ ਹੋ ਰਹੀ ਹੈ, ਉਸ ਦੀ ਵਿਚਾਰ ਕਰਨੀ ਵੀ ਜ਼ਰੂਰੀ ਹੈ। ਇਹ ਠੀਕ ਹੈ, ਜਿੱਥੇ ਜਿੱਥੇ ਸਿੱਖ ਰਹਿਤ ਮਰਿਆਦਾ ਜੋ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਗਈ, ਪ੍ਰਵਾਨਿਤ ਕੀਤੀ ਗਈ ਤੇ ਸਿੱਖ ਜਗਤ ਵਿੱਚ ਵੰਡੀ ਗਈ, ਉਹਦੇ ਅਨੁਸਾਰ ਇਹ ਜਿਹੜੀ ਦੀਵਿਆਂ ਵਾਲੀ ਆਰਤੀ ਹੈ, ਇਹ ਕਿਧਰੇ ਨਹੀਂ ਹੁੰਦੀ। ਪਰ ਜਿੱਥੇ ਜਿੱਥੇ ਗੁਰੂ ਕੀ ਮਰਿਆਦਾ ਲਾਗੂ ਨਹੀਂ ਹੋਈ, ਉੱਥੇ ਅੱਜ ਵੀ ਦੀਵੇ ਬਾਲ ਕੇ ਆਰਤੀ ਕੀਤੀ ਜਾਂਦੀ। ਮੈਂ ਕਿਸੇ ਇੱਕ ਸੰਪਰਦਾ ਦਾ ਤਾਂ ਵਿਰੋਧੀ ਨਹੀਂ, ਪਰ ਮੈਂ ਇਹ ਜ਼ਰੂਰ ਚਾਹੁੰਦਾ ਕਿ ਇਹ ਗੱਲ ਸ਼ੋਭਦੀ ਨਹੀਂ ਵੀ ਮੂੰਹ ਤੋਂ ਤੇ ਪੜੀਏ ਗਗਨ ਮੈਂ ਥਾਲ ਤੇ ਹੱਥ ਵਿੱਚ ਫੜੀਏ ਛੋਟਾ ਜਿਹਾ ਥਾਲ। ਮੂੰਹ ਤੋਂ ਤੇ ਪੜੀਏ ਰੱਬ ਚੰਦ ਦੀਪਕ ਬਣੇ ਤੇ ਥਾਲ ਵਿੱਚ ਛੋਟੇ ਛੋਟੇ ਦੀਵੇ ਜਗਾਈਏ। ਇਹਦਾ ਮਤਲਬ ਅਸੀਂ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਉਹਨਾਂ ਪਾਵਨ ਬਚਨਾਂ ਨੂੰ ਉਲਟਾਉਣ ਦਾ ਯਤਨ ਕਰ ਰਹੇ। ਤਥਾ ਜਿਵੇਂ ਕਿਸੇ ਦਾ ਮੂੰਹ ਚੜਾਉਣਾ ਹੋਵੇ, ਬਾਬਾ ਤੂੰ ਤੇ ਇਹ ਆਰਤੀ ਦੱਸੀ ਸੀ, ਪਰ ਅਸੀਂ ਇਹ ਵੀ ਕਰ ਰਹੇ ਹਾਂ ਤੇ ਇਹ ਵੀ ਪੜ੍ਹ ਰਹੇ ਹਾਂ, ਇਹ ਗੱਲ ਸ਼ੋਭਨੀਕ ਨਹੀਂ। ਇਹ ਠੀਕ ਹੈ, ਜਿੱਥੇ ਜਿੱਥੇ ਸੰਗਤ ਨੂੰ ਬੇਨਤੀ ਕਰੀਦੀ ਹੈ, ਸੂਝ ਬੂਝ ਵਾਲੇ ਗੁਰਸਿੱਖ ਮਾਈ ਭਾਈ ਮੰਨ ਵੀ ਲੈਂਦੇ ਨੇ। ਪਰ ਕੁਝ ਸਾਡੇ ਇਹੋ ਜਿਹੇ ਕੇਂਦਰੀ ਸਥਾਨ ਨੇ ਜਿੱਥੇ ਇਹ ਗੱਲ ਨਹੀਂ ਮੰਨੀ ਜਾਂਦੀ, ਔਰ ਸਾਡੇ ਜਿਹੜੇ ਪੰਥਕ ਆਗੂ ਨੇ ਉਹ ਜਾਂਦੇ ਜ਼ਰੂਰ ਨੇ, ਸਭ ਕੁਝ ਦੇਖਦੇ ਨੇ, ਪਰ ਪਤਾ ਨਹੀਂ ਕਿਉਂ ਉਹ ਗੁਰੂ ਬਾਬੇ ਦੀ ਉਸ ਦਿੱਤੀ ਹੋਈ ਸਪਿਰਟ ਨੂੰ ਗਵਾ ਬੈਠੇ ਨੇ, ਜਾਂ ਉਹਨਾਂ ਨੂੰ ਦੱਸਣ ਦਾ, ਸਮਝਾਉਣ ਦਾ, ਪ੍ਰੇਰਨ ਦਾ ਯਤਨ ਨਹੀਂ ਕੀਤਾ, ਜਦੋਂ ਕਿ ਚਾਹੀਦਾ। ਭਾਈ ਜੇ ਇਹ ਆਰਤੀ ਪੜ੍ਹਦੇ ਹੋ, ਠੀਕ ਹੈ, ਹਰਿਮੰਦਰ ਸਾਹਿਬ ਵੀ ਆਰਤੀ ਦੇ ਸ਼ਬਦ ਪੜ੍ਹੇ ਜਾਂਦੇ, ਪਰ ਉੱਥੇ ਕੋਈ ਦੀਵੇ ਨਹੀਂ ਜਗਾਉਂਦਾ, ਆਰਤੀ ਨਹੀਂ ਕਰਦਾ। ਇਸ ਗੁਰਮਤ ਮਰਿਆਦਾ ਨੂੰ ਸਾਨੂੰ ਸਾਰੇ ਗੁਰੂ ਘਰਾਂ ਵਿੱਚ ਲਾਗੂ ਕਰਨਾ ਚਾਹੀਦਾ। ਦਾਸ ਅਦਨਾ ਜਿਹਾ ਸੇਵਕ ਹੋਣ ਦੇ ਨਾਤੇ ਬੇਨਤੀ ਵੀ ਕਰਦਾ, ਗੁਰੂ ਅੱਗੇ ਅਰਦਾਸ ਵੀ ਕਰਦਾ, ਪਾਤਸ਼ਾਹ ਸਾਨੂੰ ਸੋਝੀ ਬਖਸ਼ੋ, ਅਸੀਂ ਤੁਹਾਡੀ ਇਸ ਦੱਸੀ ਹੋਈ ਆਰਤੀ ਨੂੰ ਚੰਗੀ ਤਰ੍ਹਾਂ ਸਮਝੀਏ ਤੇ ਸਿੱਖ ਜਗਤ ਨੂੰ ਸਮਝਾਈਏ। ਫਿਰ ਇੱਕ ਵਾਰੀ ਪਾਠ ਸੁਣ ਲਓ। ਗਗਨ ਮਹਿ ਥਾਲ ਰਵ ਚੰਦ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲ ਆਨ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੂਲੰਤ ਜੋਤੀ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਪੇਰੀ, ਰਾਓ सहस तब नैन नन नैन है तोहे कहो, सहस मूर्त नना एक तोही, सहस पद बिमल नन एक पद, गंध बिन सहस तब गंध इव चलत मोही। सब में जोत जोत है सोए, जिसकै चानन सब में चानन होए, गुर साखी जोत प्रगट होए, जो तिस भावे सो आरती होए। हर चरण कवल मकरंद लोभित मनो, अन दिनो मोहे आही प्यासा, कृपा जल दे नानक सारिं को, होए जाते तेरे नाम बासा। वाहिगुरु जी का खालसा, वाहिगुरु जी की फतेह।